प्यारे बच्चों, ਅਸੀਂ ਪਿਛਲੇ ਚੈਪਟਰ ਵਿੱਚ ਕਨਸਟੈਂਟ ਵੇਰੀਏਬਲਸ ਅਤੇ ਡਾਟਾ ਟਾਈਪਸ ਬਾਰੇ ਪੜ੍ਹਿਆ ਹੈ ਤੇ ਹੁਣ ਅਸੀਂ ਇਸ ਚੈਪਟਰ ਜਿਸ ਦਾ ਨਾਮ ਹੈ ਆਪਰੇਟਰਸ ਅਤੇ ਐਕਸਪ੍ਰੈਸ਼ਨ, ਇਸ ਪਾਠ ਵਿੱਚ ਅਸੀਂ ਆਪਰੇਟਰਸ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਐਕਸਪ੍ਰੈਸ਼ਨ ਦੀ ਗੱਲ ਕਰਾਂਗੇ। ਐਕਸਪ੍ਰੈਸ਼ਨ ਕੀ ਹੁੰਦਾ ਹੈ? ਜਿਸ ਤਰ੍ਹਾਂ ਤੁਸੀਂ ਕਿਸੇ ਵੀ ਸਾਇੰਸ ਜਾਂ ਮੈਥ ਦੀ ਕਲਾਸ ਵਿੱਚ ਕੋਈ ਇਕੁਏਸ਼ਨ ਲਿਖੀ ਹੈ, ਜਿਵੇਂ 3x + 2y = 0, ਤਾਂ ਇਸ ਤਰ੍ਹਾਂ ਦੀ ਐਕਸਪ੍ਰੈਸ਼ਨ, ਇਸ ਤਰ੍ਹਾਂ ਦੀ ਇੱਕ ਇਕੁਏਸ਼ਨ ਨੂੰ ਅਸੀਂ ਐਕਸਪ੍ਰੈਸ਼ਨ ਕਹਿੰਦੇ ਹਾਂ, ਜਿਹੜੀ ਕਿ ਕੁਝ ਕਾਂਸਟੈਂਟ ਅਤੇ ਵੇਰੀਏਬਲਸ ਜਾਂ ਆਪਰੇਟਰਸ ਦੇ ਸੁਮੇਲ ਨਾਲ ਬਣਦੀ ਹੈ। ਐਕਸਪ੍ਰੈਸ਼ਨ ਸਾਨੂੰ ਗਣਨਾ ਕਰਨ ਦੀ ਆਗਿਆ ਦਿੰਦਾ ਹੈ। ਐਕਸਪ੍ਰੈਸ਼ਨ ਦੀ ਮਦਦ ਨਾਲ ਅਸੀਂ ਕੋਈ ਨਾ ਕੋਈ ਗਣਨਾ ਕਰ ਸਕਦੇ ਹਾਂ। ਐਕਸਪ੍ਰੈਸ਼ਨ ਸਿੰਪਲ ਵੀ ਹੋ ਸਕਦੇ ਹਨ ਅਤੇ ਜਟਿਲ ਵੀ। ਅਸੀਂ ਹੁਣ ਸੀ ਲੈਂਗੁਏਜ ਦੇ ਵਿੱਚ ਐਕਸਪ੍ਰੈਸ਼ਨ ਕਿਸ ਤਰ੍ਹਾਂ ਬਣਦਾ ਹੈ, ਉਸ ਦੇ ਕਿਹੜੇ-ਕਿਹੜੇ ਭਾਗ ਹਨ, ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਜਿਸ ਤਰ੍ਹਾਂ ਅਸੀਂ ਸੀ ਭਾਸ਼ਾ ਵਿੱਚ ਲਿਖਦੇ ਹਾਂ, result = num1 + num2 + 10। ਸੋ ਇਹ ਇੱਕ ਸਧਾਰਨ ਐਕਸਪ੍ਰੈਸ਼ਨ ਹੈ ਜਿਸ ਵਿੱਚ RES num1 ਅਤੇ num2 ਵੇਰੀਏਬਲ ਹਨ ਅਤੇ 10 ਇੱਕ ਕਾਂਸਟੈਂਟ ਹੈ। ਤੇ ਇੱਥੇ ਅਸੀਂ ਬਰਾਬਰ ਜਾਂ ਜਮਾ ਦੇ ਜਿਹੜੇ ਚਿੰਨ੍ਹ ਵਰਤੇ ਨੇ, ਇਹਨਾਂ ਨੂੰ ਆਪਰੇਟਰ ਕਹਿੰਦੇ ਹਨ। ਜੋ ਵੇਰੀਏਬਲ ਜਾਂ ਕਾਂਸਟੈਂਟ ਅਸੀਂ ਇਸ ਐਕਸਪ੍ਰੈਸ਼ਨ ਵਿੱਚ ਵਰਤੇ ਹਨ, ਇਹਨਾਂ ਨੂੰ ਆਪਰੈਂਡ ਕਿਹਾ ਜਾਂਦਾ ਹੈ। ਆਪਰੈਂਡ। ਸੋ ਇੱਕ ਐਕਸਪ੍ਰੈਸ਼ਨ ਕੁਝ ਆਪਰੈਂਡ ਅਤੇ ਆਪਰੇਟਰ ਦੇ ਸੁਮੇਲ ਨਾਲ ਬਣਦਾ ਹੈ। ਆਪਰੈਂਡ ਵੇਰੀਏਬਲ ਜਾਂ ਕਾਂਸਟੈਂਟ ਹੁੰਦੇ ਹਨ ਜਿਨ੍ਹਾਂ ਉੱਪਰ ਆਪਰੇਟਰਾਂ ਨੇ ਕੋਈ ਕਾਰਜ ਕਰਨਾ ਹੈ। ਆਪਰੇਟਰ ਉਹ ਸਿੰਬਲ, ਉਹ ਚਿੰਨ੍ਹ ਹਨ ਜਿਹੜੇ ਕਿ ਵੇਰੀਏਬਲ ਜਾਂ ਕਾਂਸਟੈਂਟ ਉੱਤੇ ਕੋਈ ਨਾ ਕੋਈ ਕੰਮ ਜਾਂ ਆਪਰੇਸ਼ਨ ਕਰਦੇ ਹਨ। ਸੋ ਇਸ ਤਰ੍ਹਾਂ ਆਪਰੇਟਰ ਅਤੇ ਆਪਰੈਂਡ ਦੇ ਸੁਮੇਲ ਨਾਲ ਇੱਕ ਐਕਸਪ੍ਰੈਸ਼ਨ ਬਣਦਾ ਹੈ। ਹੁਣ ਅਸੀਂ ਆਪਰੇਟਰਸ ਬਾਰੇ ਪੜਾਂਗੇ ਕਿ ਆਪਰੇਟਰਸ ਕਿਹੜੇ-ਕਿਹੜੇ ਹਨ, ਉਹਨਾਂ ਦੀਆਂ ਕਿਸਮਾਂ। ਸੋ types of operator। ਸੀ ਭਾਸ਼ਾ ਵਿੱਚ ਆਪਰੇਟਰਸ ਨੂੰ ਮੁੱਖ ਤੌਰ ਤੇ 3 ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ: ਅਰਥਮੈਟਿਕ, ਬਾਈਨਰੀ, ਯੂਨਰੀ ਅਤੇ ਟਰਨਰੀ। ਸੋ 3 ਸ਼੍ਰੇਣੀਆਂ ਆਪਰੇਟਰ ਦੀਆਂ। ਯੂਨਰੀ ਆਪਰੇਟਰ, ਬਾਈਨਰੀ ਆਪਰੇਟਰ ਅਤੇ ਤੀਸਰੀ ਟਰਨਰੀ ਆਪਰੇਟਰ।
ਸਭ ਤੋਂ ਪਹਿਲਾਂ ਅਸੀਂ ਯੂਨਰੀ ਆਪਰੇਟਰ ਬਾਰੇ ਗੱਲ ਕਰਾਂਗੇ। ਯੂਨਰੀ ਆਪਰੇਟਰ ਉਹ ਆਪਰੇਟਰ ਹੁੰਦੇ ਹਨ ਜਿਹੜੇ ਸਿੰਗਲ ਆਪਰੈਂਡ ਤੇ ਕੰਮ ਕਰਦੇ ਹਨ। ਸੋ ਇਹ ਇਕੱਲੇ ਆਪਰੈਂਡ ਨੂੰ ਯੂਜ਼ ਕਰਦੇ ਹਨ। ਜਿਸ ਤਰ੍ਹਾਂ ਪਲੱਸ ਜਾਂ ਮਾਈਨਸ ਦਾ ਸਾਈਨ ਜੋ ਕਿਸੇ ਨੰਬਰ ਨੂੰ ਧਨਾਤਮਕ ਜਾਂ ऋणात्मक ਬਣਾਉਂਦਾ ਹੈ। ਦੋ ਵਾਰ ਪਲੱਸ ਜਿਸ ਨੂੰ ਅਸੀਂ ਇਨਕਰੀਮੈਂਟ ਆਪਰੇਟਰ ਕਹਿੰਦੇ ਹਨ, ਦੋ ਵਾਰ ਮਾਈਨਸ ਜਿਸ ਨੂੰ ਕਿ ਡਿਕਰੀਮੈਂਟ ਆਪਰੇਟਰ ਕਹਿੰਦੇ ਹਨ। ਇਹ ਸਾਰੇ ਆਪਰੇਟਰ ਯੂਨਰੀ ਆਪਰੇਟਰ ਹਨ। ਇਹਨਾਂ ਨੂੰ ਕਿਸ ਤਰੀਕੇ ਨਾਲ ਵਰਤਿਆ ਜਾਂਦਾ ਹੈ, ਇੱਥੇ ਅਸੀਂ ਇੱਕ ਉਦਾਹਰਨ ਨਾਲ ਸਮਝਾਂਗੇ। ਮਾਈਨਸ ਨਮ, ਜੇਕਰ ਨਮ ਦੀ ਵੈਲਿਊ 5 ਹੈ ਤਾਂ ਮਾਈਨਸ ਆਪਰੇਟਰ ਇਸ ਦੀ ਵੈਲਿਊ ਨੂੰ ਨੈਗੇਟਿਵ ਬਣਾ ਦੇਗਾ, ਅਰਥਾਤ ਇਸ ਦੀ ਵੈਲਿਊ -5 ਹੋ ਜਾਏਗੀ। इंक्रीमेंट ऑपरेटर इस तरीके नाल वरत्या जाता है। ये नम की कीमत विच एक दा वाधा करता है। जिस तरह असी इस उदाहरण दे विच नम की कीमत 5 लिती है, जदों असी इंक्रीमेंट ऑपरेटर नम दे नाल इस्तेमाल करांगे जिसका कि अर्थ हुंदा है नम इज इक्वल टू नम प्लस 1। इस तरह असी देख सकते हाँ कि नम की कीमत जो कि पहला 5 सी उस विच एक दा वाधा हो जाएगा अते नम की कीमत 6 हो जाएगी। इस तरह असी इनक्रीमेंट ऑपरेटर ਨੂੰ ਵਰਤਦੇ ਹਾਂ। डिक्रीमेंट ऑपरेटर वेरिएबल की कीमत ਨੂੰ ਘਟਾਉਂਦੇ ਹਨ। जिस तरह माइनस माइनस नम, जेकर नम की कीमत 5 है ਤਾਂ डिक्रीमेंट ऑपरेटर लागू ਕਰਨ मगरों नम की कीमत दे विच एक घट जाएगी या एक दी कमी हो जाएगी। सो नम की नवी वैल्यू 5 विचों एक घटा के 4 बन जाएगी। सो इस तरह डिक्रीमेंट ऑपरेटर काम करता है। इन्हां बारे असीं बाद विच डिटेल विच सिखांगे। सो ये सी यूनरी ऑपरेटर। इस तो बाद असीं बाइनरी ऑपरेटर की गल करांगे। बाइनरी ऑपरेटर वो ऑपरेटर हुंदे हन जिहड़े टू ऑपरेंड्स दो ऑपरेंड्स से काम करते हैं। उन्हां ऑपरेटर्स नूं असीं बाइनरी ऑपरेटर कहते हैं। सी भाषा विच 4 तरह के बाइनरी ऑपरेटर वरते जाते हैं। अर्थमैटिकल ऑपरेटर, दूसरी इसकी किस्म है लॉजिकल बाइनरी ऑपरेटर, तीसरी रिलेशनल बाइनरी ऑपरेटर
ਅਤੇ ਚੌਥੀ ਕਿਸਮ ਬਾਈਨਰੀ ਆਪਰੇਟਰ ਦੀ ਹੈ ਬਿਟਵਾਈਜ਼ ਆਪਰੇਟਰ। ਬਿਟਵਾਈਜ਼ ਬਾਈਨਰੀ ਆਪਰੇਟਰ। ਬਾਈਨਰੀ ਆਪਰੇਟਰਸ ਬਾਰੇ ਪੜਾਂਗੇ। ਬਾਈਨਰੀ ਆਪਰੇਟਰ ਚਾਰ ਤਰ੍ਹਾਂ ਦੇ ਹੁੰਦੇ ਹਨ: ਅਰਥਮੈਟਿਕਲ ਆਪਰੇਟਰ, ਲੌਜੀਕਲ ਆਪਰੇਟਰ, ਰਿਲੇਸ਼ਨਲ ਆਪਰੇਟਰ ਅਤੇ ਬਿਟਵਾਈਜ਼ ਆਪਰੇਟਰ। ਅਰਥਮੈਟਿਕਲ ਆਪਰੇਟਰ, ਇਹਨਾਂ ਆਪਰੇਟਰਾਂ ਦੀ ਮਦਦ ਨਾਲ ਅਸੀਂ ਜਮਾ, ਘਟਾਓ, ਭਾਗ ਆਦਿ ਦੇ ਜਿਹੜੇ ਗਣਿਤਕ ਕਾਰਜ ਹਨ ਉਹਨਾਂ ਨੂੰ ਕਰ ਸਕਦੇ ਹਾਂ। ਇਹ ਆਪਰੇਟਰ ਸੀ ਭਾਸ਼ਾ ਵਿੱਚ 5 ਤਰ੍ਹਾਂ ਦੇ ਹਨ: ਮਲਟੀਪਲਾਈ ਕਰਨ ਲਈ ਸਟਾਰ, ਜਮਾ ਕਰਨ ਦੇ ਲਈ ਪਲੱਸ ਦਾ ਚਿੰਨ੍ਹ, ਘਟਾਉਣ ਲਈ ਮਾਈਨਸ ਦਾ ਚਿੰਨ੍ਹ, ਡਿਵਾਈਡ ਕਰਨ ਲਈ ਸਲੈਸ਼ ਅਤੇ ਮੋਡੂਲਸ ਆਪਰੇਟਰ ਜਿਹੜਾ ਕਿ ਬਕਾਇਆ ਜਾਂ ਰਿਮਾਈਂਡਰ ਪ੍ਰਾਪਤ ਕਰਨ ਲਈ ਹੈ, ਪਰਸੈਂਟੇਜ ਦਾ ਚਿੰਨ੍ਹ ਵਰਤਿਆ ਜਾਂਦਾ ਹੈ। ਇਸ ਨੂੰ ਮਲਟੀਪਲੀਕੇਸ਼ਨ ਆਪਰੇਟਰ ਕਿਹਾ ਜਾਂਦਾ ਹੈ। ਇਸ ਨੂੰ ਐਡੀਸ਼ਨ ਆਪਰੇਟਰ ਕਿਹਾ ਜਾਂਦਾ ਹੈ। ਮਾਈਨਸ ਨੂੰ ਸਬਟ੍ਰੈਕਸ਼ਨ ਆਪਰੇਟਰ ਕਿਹਾ ਜਾਂਦਾ ਹੈ। ਸਲੈਸ਼ ਨੂੰ ਜਾਂ ਡਿਵੀਜ਼ਨ ਨੂੰ ਡਿਵੀਜ਼ਨ ਆਪਰੇਟਰ ਕਿਹਾ ਜਾਂਦਾ ਹੈ। ਪਰਸੈਂਟੇਜ ਨੂੰ ਮੋਡੂਲਸ ਆਪਰੇਟਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ 5 ਤਰ੍ਹਾਂ ਦੇ ਅਰਥਮੈਟਿਕਲ ਆਪਰੇਟਰ ਸੀ ਭਾਸ਼ਾ ਵਿੱਚ ਵਰਤੇ ਜਾਂਦੇ ਹਨ। ਇਹਨਾਂ ਵਿੱਚੋਂ ਅਸੀਂ ਪਹਿਲੇ 4 ਆਪਰੇਟਰਾਂ ਬਾਰੇ ਆਮ ਮੈਥ ਵਿੱਚ ਪੜ੍ਹਦੇ ਹਾਂ। ਸਿਰਫ ਮੋਡੂਲਸ ਆਪਰੇਟਰ ਹੀ ਇੱਕ ਨਵਾਂ ਆਪਰੇਟਰ ਹੈ ਜੋ ਅਸੀਂ ਸੀ ਭਾਸ਼ਾ ਵਿੱਚ ਪੜ੍ਹਨਾ ਹੈ। ਸੋ ਇਹਨਾਂ ਦੇ ਵਰਤਣ ਦਾ ਢੰਗ ਮੈਂ ਤੁਹਾਨੂੰ ਇੱਥੇ ਦੱਸਾਂਗਾ। ਜਿਸ ਤਰ੍ਹਾਂ ਰਿਜ਼ਲਟ ਇਜ਼ ਇਕੁਅਲ ਟੂ num1 plus num2, ਤਾਂ ਅਸੀਂ ਦੇਖ ਸਕਦੇ ਹਾਂ ਇੱਥੇ ਪਲੱਸ ਜਿਹੜਾ ਹੈ ਉਹ ਆਪਰੇਟਰ ਹੈ ਜੋ ਕਿ 2 ਮੁੱਲ ਲੈਂਦਾ ਹੈ। num1 ਅਤੇ num2 ਇਹਨਾਂ ਨੂੰ ਅਸੀਂ ਆਪਰੈਂਡ ਕਹਿੰਦੇ ਹਾਂ। ਸੋ ਕਿਉਂਕਿ ਇਹ ਪਲੱਸ ਦਾ ਆਪਰੇਟਰ ਜਾਂ ਐਡੀਸ਼ਨ ਆਪਰੇਟਰ 2 ਆਪਰੈਂਡ ਤੇ ਕੰਮ ਕਰ ਰਿਹਾ ਹੈ, ਇਸ ਲਈ ਇਸ ਨੂੰ ਬਾਈਨਰੀ ਆਪਰੇਟਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ 2 ਨੰਬਰਾਂ ਦਾ ਗੁਣਨਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਅਸੀਂ ਸਟਾਰ ਜਾਂ ਮਲਟੀਪਲੀਕੇਸ਼ਨ ਆਪਰੇਟਰ ਜਿਹੜਾ ਹੈ ਉਹ ਵਰਤਾਂਗੇ। ਉਸ ਦੇ ਲਈ ਵੀ ਸਾਨੂੰ 2 ਹੀ ਆਪਰੈਂਡ ਚਾਹੀਦੇ ਹਨ। ਇਸੇ ਤਰ੍ਹਾਂ ਜੇ ਅਸੀਂ 2 ਨੰਬਰਾਂ ਦਾ ਅੰਤਰ ਪਤਾ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਸਬਟ੍ਰੈਕਸ਼ਨ ਆਪਰੇਟਰ ਵਰਤਾਂਗੇ। ਸੋ ਇਹਨਾਂ 4 ਹੀ ਅਰਥਮੈਟਿਕਲ ਆਪਰੇਟਰਾਂ ਬਾਰੇ ਤੁਸੀਂ ਗਣਿਤ ਵਿੱਚ ਪੜ੍ਹਿਆ ਹੈ, ਇਹਨਾਂ ਬਾਰੇ ਤੁਸੀਂ ਜਾਣਦੇ ਹੋ। ਅਸੀਂ ਇੱਥੇ ਸਿਰਫ 5ਵਾਂ ਅਰਥਮੈਟਿਕਲ ਆਪਰੇਟਰ ਜਿਹਨੂੰ ਅਸੀਂ ਮੋਡੂਲਸ ਆਪਰੇਟਰ ਕਹਿੰਦੇ ਹਾਂ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਸੋ ਮੋਡੂਲਸ ਆਪਰੇਟਰ ਰਿਮਾਈਂਡਰ ਜਾਂ ਬਕਾਇਆ ਰਿਮਾਈਂਡਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। ਜਦੋਂ ਅਸੀਂ ਕਿਸੇ ਇੱਕ ਨੰਬਰ ਨੂੰ ਦੂਸਰੇ ਨੰਬਰ ਨਾਲ ਭਾਗ ਕਰਦੇ ਹਾਂ ਜੋ ਕਿ ਪੂਰੀ ਤਰ੍ਹਾਂ ਡਿਵੀਜ਼ੀਬਲ ਨਾ ਹੋਵੇ ਤਾਂ ਪੂਰਣਕ ਡਿਵੀਜ਼ਨ ਤੋਂ ਬਾਅਦ ਇੱਕ ਨੰਬਰ ਸ਼ੇਸ਼ ਰਹਿ ਜਾਂਦਾ ਹੈ, ਬਾਕੀ ਰਹਿ ਜਾਂਦਾ ਹੈ, ਉਸ ਨੂੰ ਹੀ ਰਿਮਾਈਂਡਰ ਕਿਹਾ ਜਾਂਦਾ ਹੈ ਤੇ ਮੋਡੂਲਸ ਆਪਰੇਟਰ ਉਸ ਰਿਮਾਈਂਡਰ ਨੂੰ ਰਿਟਰਨ ਕਰਦਾ ਹੈ। ਇਸ ਨੂੰ ਵਰਤਣ ਦਾ ਢੰਗ ਹੈ
result is equal to num1 ਮੋਡੂਲਸ num2। ਜਿਵੇਂ ਅਸੀਂ ਇੱਕ ਉਦਾਹਰਣ ਦੇ ਨਾਲ ਇਸ ਨੂੰ ਸਮਝਾਂਗੇ। result is equal to 10 ਮੋਡੂਲਸ 3। ਜਦੋਂ 10 ਨੂੰ 3 ਦੇ ਨਾਲ ਭਾਗ ਕੀਤਾ ਜਾਵੇ ਤੇ ਅਸੀਂ ਜਾਣਦੇ ਹਾਂ 3 ਨੂੰ 3 ਵਾਰ ਗੁਣਾ ਕਰਨ ਤੇ 9 ਬਣਦਾ ਹੈ। ਸੋ ਜਦੋਂ 10 ਨੂੰ 3 ਨਾਲ ਭਾਗ ਕੀਤਾ ਜਾਏਗਾ ਤੇ 9 ਤੱਕ ਤੇ ਭਾਗ ਪੂਰਾ ਹੋ ਜਾਏਗਾ, ਲੇਕਿਨ ਉਸ ਤੋਂ ਬਾਅਦ ਇੱਕ ਜਿਹੜਾ ਹੈ ਉਹ ਰਿਮਾਈਂਡਰ ਬਚ ਜਾਂਦਾ ਹੈ। ਸੋ ਇਸ ਲਈ ਇੱਥੇ ਜੋ ਰਿਜ਼ਲਟ ਦੀ ਵੈਲਿਊ ਆਏਗੀ ਉਹ 1 ਆਏਗੀ। ਜੇਕਰ 10 ਨੂੰ ਪੂਰੀ ਤਰ੍ਹਾਂ ਭਾਗ ਹੋ ਜਾਏ ਤੇ ਰਿਮਾਈਂਡਰ ਕੁਝ ਵੀ ਨਾ ਬਚੇ ਤਾਂ ਰਿਜ਼ਲਟ 0 ਆਏਗਾ। ਸੋ ਇਸ ਤਰ੍ਹਾਂ ਅਸੀਂ ਮੋਡੂਲਸ ਆਪਰੇਟਰ ਨੂੰ ਯੂਜ਼ ਕਰਦੇ ਹਾਂ। ਅਸੀਂ ਇਹਨਾਂ ਦੇ ਪ੍ਰੋਗਰਾਮਸ ਵੀ ਸਟੱਡੀ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਇੱਕ ਪ੍ਰੋਗਰਾਮ ਦੇ ਰਾਹੀਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਅਸੀਂ ਅਰਥਮੈਟਿਕਲ ਆਪਰੇਟਰ ਵਿੱਚ ਪਹਿਲਾਂ 2 ਨੰਬਰਾਂ ਦਾ ਜੋੜਫਲ ਪਤਾ ਕਰਨ ਦਾ ਇੱਕ ਪ੍ਰੋਗਰਾਮ ਬਣਾਵਾਂਗੇ। ਪ੍ਰੋਗਰਾਮ ਬਣਾਉਣ ਲਈ ਜਿਸ ਤਰ੍ਹਾਂ ਅਸੀਂ ਪਿਛਲੇ ਪਾਠ ਵਿੱਚ ਪੜ੍ਹਿਆ ਹੈ ਕਿ ਸਾਨੂੰ ਪ੍ਰੀ ਪ੍ਰੋਸੈਸਰ ਸਟੇਟਮੈਂਟਾਂ ਨੂੰ, ਜਿਵੇਂ ਕਿ ਹੈਡਰ ਫਾਈਲਾਂ ਹੈ, ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਵਾਉਣਾ ਪੈਂਦਾ ਹੈ। ਸੋ #include stdio.h दूसरी हेडर फाइल ਅਸੀਂ जो इंक्लूड करवानी है वो है conio.h। याद रहे ਅਸੀਂ ये सारी प्रोग्राम जो है वो छोटे अंग्रेजी के अक्षर ਵਿੱਚ ਹੀ ਲਿਖਣਾ है क्योंकि C केस सेंसिटिव है। इस तो बाद मेन फंक्शन void मेन। सब तो पहला ਅਸੀਂ वेरिएबल डिक्लेयर करांगे, जिस तरह इंट num1 num2 result। ਸੋ ਅਸੀਂ 3 वेरिएबल डिक्लेयर कर ਲਏ ਹਨ। ਅਸੀਂ ਇਹਨਾਂ वेरिएबल ਦੇ ਵਿੱਚੋਂ ਮੁੱਲ ਜਿਹੜੇ ਹਨ ਆਪ ਵੀ ਦੇ ਸਕਦੇ ਹਾਂ ਜਾਂ ਯੂਜ਼ਰ ਤੋਂ ਵੀ ਵੈਲਿਊਜ਼ ਪੁੱਛ ਸਕਦੇ ਹਾਂ। ਫਿਲਹਾਲ ਇਸ ਉਦਾਹਰਣ ਦੇ ਵਿੱਚ ਮੈਂ ਮੁੱਲ ਇੱਥੇ ਪਹਿਲਾਂ ਤੋਂ ਹੀ ਨਿਰਧਾਰਿਤ ਕਰ ਰਿਹਾ ਹਾਂ। ਸੋ num1 is equal to 10, num2 is equal to 20। ਇੱਥੇ ਮੈਂ ਅਰਥਮੈਟਿਕਲ ਆਪਰੇਟਰ ਜਮਾ ਦਾ ਇਸਤੇਮਾਲ ਕਰਨ ਜਾ ਰਿਹਾ ਹਾਂ। num1 ਜਮਾ num2। ਸੋ ਇਹ ਅਰਥਮੈਟਿਕਲ ਆਪਰੇਟਰ ਜੋ 2 ਨੰਬਰ ਅਸੀਂ ਲਿਖੇ ਹੋਏ ਹਨ num1 ਅਤੇ num2 ਭਾਵ 10 ਅਤੇ 20, ਇਹਨਾਂ ਨੂੰ ਆਪਸ ਵਿੱਚ ਜੋੜ ਦੇਗਾ ਔਰ ਜੋ ਉਸਦਾ ਰਿਜ਼ਲਟ ਬਣਦਾ ਹੈ ਉਸ ਨੂੰ res ਨਾਮ ਦੇ ਵੇਰੀਏਬਲ ਵਿੱਚ ਸਟੋਰ ਕਰਵਾ ਦੇਵੇਗਾ। ਅਸੀਂ ਇਸ ਰਿਜ਼ਲਟ ਨੂੰ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ ਸਕਰੀਨ ਉੱਤੇ। ਉਸ ਦੇ ਲਈ printf ਫੰਕਸ਼ਨ ਅਸੀਂ ਯੂਜ਼ ਕਰਾਂਗੇ। ਅਸੀਂ ਇੱਕ ਮੈਸੇਜ ਦਿਖਾਉਣਾ ਚਾਹੁੰਦੇ ਹਾਂ। sum of two numbers is equal to %d, और उस तो बाद जो साडे कोल वेरिएबल है जिस विच जोड़ आया है वो है रिजल्ट। इस तरीके नाल असीं इसनूं यूज करांगे। get ch and then
ब्रैकेट ਨੂੰ क्लोज कर ਲਾਂਗੇ। सो ये ਅਸੀਂ एक प्रोग्राम बनाया है जो दो नंबरों ਨੂੰ जोड़न का काम करेगा। जेकर तुसी इन्हां नंबरों की गुणा करना चाहते हो तो तुसी सिर्फ इस जमा की थां ते गुणा का ऑपरेटर या माइनस का डिवीजन वाला या माइनस वाला ऑपरेटर वरतना है और इस स्टेटमेंट को उहदे अनुसार ही लिखना है। जोड़न दे लिए असीं इत्थे सम लिखिया है। तुसीं इसका प्रोडक्ट करना चाहते हो तो इत्थे प्रोडक्ट ऑफ टू नंबर लिखोगे। जे तुसीं माइनस करना चाहते हो डिफरेंस ऑफ टू नंबर लिखोगे ताकि यूजर जदों इस प्रोग्राम को रन करे तो उसनों किसी तरह की कोई भी कन्फ्यूजन ना हो। सो यह एक प्रोग्राम है जो कि दो नंबरों को जोड़ता है। हुण असीं एक होर प्रोग्राम बनावांगे जिहड़ा कि ये दसेगा कि दाखिल किया हुआ नंबर ईवन है या नहीं। इत्थे असीं मॉडुलस ऑपरेटर का इस्तेमाल करांगे। सब तो पहला हैडर फाइलों को शामिल करांगे। #include stdio.h and #include conio.h, फिर void main और इस विच असीं एक वेरिएबल नम डिक्लेयर करांगे। असीं इस नम की वैल्यू यूजर को पुछनी है, इसलिए printf enter any नंबर का मैसेज असीं यूजर नो दिखावांगे स्क्रीन उत्ते। हुण यूजर कोई ना कोई नंबर दाखिल करेगा जिसनों असीं scanf फंक्शन की मदद नाल नम वेरिएबल विच स्टोर करवावांगे। इत्थे असीं इफ कंडीशनल स्टेटमेंट का इस्तेमाल करांगे ये पता करने लई कि ये नंबर जो दाखिल किया गया है और ईवन है या नहीं। सो इफ नम मॉड 2, क्योंकि असी जानते हाँ जिन्हां नंबरों को दो नाल पूरी तरह भाग हो जाता है वो ईवन नंबर होंदे हन अते जिन्हां नूं दो नाल पूरी तरह भाग नहीं होंदा है वो ऑड नंबर होंदे हन। सो इत्थे असीं इस तरीके दे नाल एक कंडीशनल स्टेटमेंट लिखनी है और इत्थे असीं मैसेज देना है printf %d is an even नंबर और असीं उस नंबर नूं भी नाल लिखना है। जेकर असीं चाहते हाँ कि असीं ऑड नंबर दे बारे विच भी दसना है तो असीं इस इफ दे नाल एल्स का इस्तेमाल करते हुए उस स्टेटमेंट नूं इत्थे लिखांगे। फिलहाल इस प्रोग्राम विच मैं ऑड नंबर बारे गल नहीं कर रहा हाँ, इसलिए असीं इस प्रोग्राम नूं सिर्फ इन्ना कही बना के छड़ दांगे। सो इत्थे असीं गेट ch लगा के और करले ब्रेसिस बंद करके प्रोग्राम नूं खत्म कर देवांगे। सो ये प्रोग्राम दाखिल किए हुए नंबर बारे दसेगा कि वो नंबर ईवन है या नहीं। तो तुसीं देख सकते हो असीं इत्थे मॉडुलस ऑपरेटर का इस्तेमाल किया है। थोड़ी देर दे लई
ਸਪੋਜ਼ ਕਰੋ ਕਿ ਨਮ ਦੇ ਵਿੱਚ ਯੂਜ਼ਰ ਵੱਲੋਂ 17 ਦਾਖਲ ਕੀਤਾ ਗਿਆ ਹੈ। तो ये स्टेटमेंट जो लिखी हुई है असी नम परसेंटेज 2 ये बन जाएगी 17% 2 भाव 17 ਨੂੰ 2 ਨਾਲ ਭਾਗ ਕੀਤਾ ਜਾਏਗਾ। 17 ਨੂੰ 2 ਨਾਲ ਭਾਗ ਕਰਨ ਤੋਂ ਬਾਅਦ ਕਿਉਂਕਿ ਅਸੀਂ ਜਾਣਦੇ ਹਾਂ 8 दूनी 16 और 1 ਬਚ ਜਾਂਦਾ ਹੈ। सो इत्थे इस स्टेटमेंट का जो रिजल्ट है वो 1 आता है और असी इसकी तुलना 0 के नाल की हुई है। सो क्या 1 0 के बराबर बनता है, जिसका कि आंसर है नहीं। इसलिए 17 ईवन नंबर नहीं है। असी सारे जानते हाँ 17 एक ऑड नंबर है। जेकर असी इत्थे एल्स विच दूसरी स्टेटमेंट ऑड नंबर वाली लगाई होंगी तो उस स्टेटमेंट ने इत्थे लागू होना सी और स्क्रीन उत्ते मैसेज आना सी कि 17 इज एन ऑड नंबर। अज दे लई इन्ना ही, बाकी दे ऑपरेटर्स बारे असी अगले सैशन विच पढ़ांगे। धन्यवाद।